ਸੋ ਭਲਿਓ ਮੇਰੀ ਤਰਫੋਂ, ਮੇਰੀ ਫੈਮਿਲੀ ਦੀ ਤਰਫੋਂ, ਨੀਦਰਲੈਂਡ ਦੀ ਕਲੀਸਿਆ ਦੀ ਤਰਫੋਂ ਸਾਰੇ ਫੇਸਬੁੱਕ ਤੇ ਯੂਟਿਊਬ ਤੇ ਕਲਾਮ ਸੁਣਨ ਵਾਲਿਆਂ ਨੂੰ ਸਲਾਮ ਪਹੁੰਚੇ। ਯੂਟਿਊਬ ਤੇ ਮੇਰੇ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਰੱਬ ਦੀਆਂ ਗੱਲਾਂ ਹਰ ਬੰਦੇ ਦੇ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਹਰ ਇੱਕ ਬੰਦੇ ਦੇ, ਕਿਉਂਕਿ ਬਾਈਬਲ ਦੇ ਵਿੱਚ ਯਹੋਨਾ ਦੀ ਇੰਜੀਲ ਨੂੰ ਪੜ੍ਹ ਕੇ ਵੇਖ ਲਵੋ, ਲਿਖਿਆ ਜਿੰਨਿਆਂ ਨੇ ਉਹਨੂੰ ਕਬੂਲ ਕਰ ਲਿਆ, ਉਹ ਆਪਣਿਆਂ ਦੇ ਕੋਲ ਤੇ ਆਇਆ, ਪਰ ਉਹਦੇ ਆਪਣਿਆਂ ਨੇ ਉਹਨੂੰ ਕਬੂਲ ਹੀ ਨਹੀਂ ਕੀਤਾ। ਇਸੇ ਕਰਕੇ ਨਬੀ ਇਹ ਗੱਲ ਕਹਿੰਦਾ ਹੈ ਤੇ ਰੋਂਦਾ ਹੈ। ਨੋਹਾ ਦਾ ਮਤਲਬ ਹੈ ਰੋਣਾ, ਆਹੋ ਨਾਲਾ। ਯਰਮੀ ਨਬੀ ਦਾ ਸਹੀਫਾ ਹੈ, ਉਸਦਾ ਜਿਸਲੇ 2 ਬਾਬ 14 ਐਤ ਨੂੰ ਪੜ੍ਹਦੇ ਹਾਂ ਤੇ ਲਿਖਿਆ, ਤੇਰੇ ਨਬੀਆਂ ਨੇ ਤੇਰੇ ਲਈ ਬਾਤਲ ਤੇ ਬਹੁਤਾ ਰੋਇਆ ਵੇਖੀਆਂ। ਤੇਰੇ ਨਬੀਆਂ ਨੇ ਤੇਰੇ ਲਈ ਬਾਤਲ ਤੇ ਬਹੁਤਾ ਰੋਇਆ ਵੇਖੀਆਂ, ਤੇਰੀ ਬਦ ਕਰਦਾਰੀ ਜ਼ਾਹਰ ਨਾ ਕੀਤੀ। ਤੇਰੀ ਬਦ ਕਰਦਾਰੀ ਜ਼ਾਹਰ ਨਾ ਕੀਤੀ ਤਾਂ ਕਿ ਤੈਨੂੰ ਅਸੀਰੀ ਤੋਂ ਵਾਪਸ ਲਿਆਉਂਦੇ, ਬਲਕਿ ਤੇਰੇ ਲਈ ਝੂਠੇ ਪੈਗਾਮ, ਤੇਰੇ ਲਈ ਝੂਠੇ ਪੈਗਾਮ ਤੇ ਜਲਾਵਤਨੀ ਦਾ ਸਮਾਨ ਤਿਆਰ ਕਰ ਦਿੱਤਾ। ਖੁਦਾਵੰਦ ਯਿਸੂ ਮਸੀਹ ਨੇ ਮਤੀ ਦੀ ਇੰਜੀਲ 23 ਬਾਬ ਤੇ 15 ਚ ਲਿਖਿਆ ਮਿਲਦਾ ਹੈ, ਐ ਫਕੀਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਹੋ। ਝੂਠੇ ਪੈਗਾਮ, ਝੂਠੇ ਸਨੇ, ਜਿਹਨੂੰ ਮਕਾਸ਼ਫਾ 22 ਬਾਬ ਤੇ 15 ਚ ਕਹਿੰਦਾ ਹੈ ਕਿ ਝੂਠ ਦਾ ਕੜਨ ਵਾਲਾ ਤੇ ਪਸੰਦ ਕਰਨ ਵਾਲੇ ਦੋਨੇ ਬਾਹਰ ਰਹਿ ਜਾਣੇ। ਜਿਸ ਨੂੰ ਪਾਲੂਸ ਰਸੂਲ ਤੀਤਸ ਪਹਿਲਾ ਬਾਬ 14 ਚ ਕਹਿੰਦਾ ਹੈ, ਯਹੂਦੀਆਂ ਦੀਆਂ ਕਹਾਣੀਆਂ ਨੋਹਾ ਦੀ ਕਿਤਾਬ ਕਹਿੰਦੀ ਹੈ ਝੂਠੇ ਪੈਗਾਮ। ਤੀਤਸ ਪਹਿਲਾ ਬਾਬ 14 ਚ ਲਿਖਿਆ, ਯਹੂਦੀਆਂ ਦੀਆਂ ਕਹਾਣੀਆਂ ਤੇ ਇਹਨਾਂ ਬੰਦਿਆਂ ਦੇ ਹੁਕਮਾਂ ਤੇ ਅਮਲ ਨਾ ਕਰਿਓ। ਇਹ ਤੁਹਾਨੂੰ ਹੱਕ ਤੋਂ ਗਮਰਾਹ ਕਰਦੇ ਨੇ। ਇਸ ਕਰਕੇ ਹੁਸ਼ਿਆਰ ਹੋਣਾ। ਬਾਈਬਲ ਸਾਨੂੰ ਬਰ ਵਕਤ ਅਗਾਹ ਕਰਦੀ। ਇਸ਼ਤਿਸ਼ਨਾ 32 ਬਾਬ 29 ਚ ਲਿਖਿਆ, ਕਾਸ਼ ਅਕਲਮੰਦ ਹੁੰਦੇ ਤੇ ਫਿਰ ਸਮਝ ਜਾਂਦੇ ਤੇ ਆਪਣੀ ਆਕਬਤ ਉੱਤੇ, ਆਖਰਤ ਉੱਤੇ ਗੌਰ ਕਰਦੇ ਕਿ ਕੀ ਬਣੇਗਾ। ਸਾਡੇ ਕੋਲ ਤੇ ਖੁਦਾਵੰਦ ਦਾ ਜ਼ਿੰਦਾ ਕਲਾਮ ਸੀਗਾ, ਜਿਹੜਾ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਸੀ, ਜਿਹੜਾ ਝੂਠੇ ਨਬੀਆਂ ਦੀ, ਝੂਠੇ ਰਸੂਲਾਂ ਦੀ, ਝੂਠੇ ਉਹਨਾਂ ਫਕੀਆਂ ਫਰੀਸੀਆਂ ਦੀ ਪਹਿਚਾਣ ਕਰਵਾਉਂਦਾ। ਕਿਉਂਕਿ ਕਲਾਮ ਦੇ ਵਿੱਚ ਪਾਲੂਸ ਰਸੂਲ ਬੜੀ ਖੂਬਸੂਰਤੀ ਦੇ ਨਾਲ ਇਸ ਗੱਲ ਦੀ ਵਜ਼ਾਹਤ ਕਰ ਦਿੰਦਾ ਹੈ ਕਿ ਇਸ ਤਰ੍ਹਾਂ ਦੇ ਲੋਕ ਹੋਣਗੇ। ਹੁਣ ਉਹਨਾਂ ਦੀ ਪਹਿਚਾਣ ਤੁਸੀਂ ਖੁਦ ਕਰਨੀ ਹੈ।
ਇਸ ਕਰਕੇ ਭਾਈ ਕਲਾਮ ਕਦਮਾਂ ਲਈ ਚਿਰਾਗ ਏ, ਰਾਹ ਲਈ ਰੋਸ਼ਨੀ ਹੈ। ਕਲਾਮ ਕਦਮਾਂ ਲਈ ਚਿਰਾਗ ਤੇ ਰਾਹ ਲਈ ਰੋਸ਼ਨੀ ਹੈ। ਹੁਸ਼ਿਆਰ ਤੇ ਬੇਦਾਰ ਅਸੀਂ ਖੁਦ ਹੋਣਾ ਹੈ। ਲਿਖਿਆ ਏ, ਮੈਂ ਆਪਣਿਆਂ ਦੇ ਕੋਲ ਗਿਆ ਤੇ ਆਪਣਿਆਂ ਨੇ ਮੈਨੂੰ ਕਬੂਲ ਹੀ ਨਹੀਂ ਕੀਤਾ, ਮੰਨਿਆ ਹੀ ਨਹੀਂ। ਉਹਨਾਂ ਆਖਿਆ ਨਹੀਂ ਨਹੀਂ ਨਹੀਂ, ਅਸੀਂ ਨਹੀਂ ਕਲਾਮ ਨੂੰ ਮੰਨਦੇ। ਕਲਾਮ ਦੇ ਵਿੱਚ ਬਹੁਤ ਹੀ ਖੂਬਸੂਰਤੀ ਦੇ ਨਾਲ ਵਾਜ਼ਾ ਤੌਰ ਤੇ ਇਹ ਗੱਲ ਕਰ ਦਿੱਤੀ ਗਈ ਆ, ਹੁਣ ਹੁਸ਼ਿਆਰ ਅਸੀਂ ਖੁਦ ਹੋਣਾ ਹੈ। ਦੂਸਰਾ ਕਰੰਥੀਓ 11 ਬਾਬ, ਦੂਸਰਾ ਕਰੰਥੀਓ 11 ਬਾਬ ਉਸ ਦੀ 13 ਚ ਲਿਖਿਆ ਮਿਲਦਾ ਹੈ, ਕਿਉਂਕਿ ਐਸੇ ਲੋਕ ਝੂਠੇ ਰਸੂਲ ਪੈਗਾਮ ਦੇਣ ਵਾਲੇ। ਦੂਸਰਾ ਕਰੰਥੀਓ 5 ਬਾਬ 20 ਚ ਪੌਲੁਸ ਰਸੂਲ ਕਹਿੰਦਾ, ਮੈਂ ਮਸੀਹ ਦਾ ਏਲਚੀ, ਇਹ ਝੂਠੀਆਂ ਤਨਜ਼ੀਮਾਂ ਦੇ ਏਲਚੀ। ਦੂਸਰਾ ਕਰੰਥੀਓ 11 ਬਾਬ 13 ਚ ਰਸੂਲ ਕਹਿੰਦਾ, ਐਸੇ ਲੋਕ ਝੂਠੇ ਰਸੂਲ ਤੇ ਦਗਾਬਾਜ਼ੀ ਨਾਲ ਕੰਮ ਕਰਨ ਵਾਲੇ ਨੇ। ਦਗਾਬਾਜ਼ੀ ਨਾਲ, ਦਗਾ ਦਿਲ ਨਹੀਂ। ਔਰ ਦਗਾ ਦੇਣ ਵਾਲਿਆਂ ਦੇ ਬਾਰੇ ਜਿਸ ਲਈ ਅਸੀਂ ਦੂਸਰਾ ਤੀਮੋਥੀਉਸ 5 ਬਾਬ 13 ਐਤ ਨੂੰ ਪੜ੍ਹਨੇ ਆ ਤੇ ਲਿਖਿਆ ਮਿਲਦਾ ਹੈ, ਬੁਰੇ ਤੇ ਧੋਖਾਬਾਜ਼ ਬੰਦੇ ਫਰੇਬ ਦਿੰਦੇ ਨੇ ਲੋਕਾਂ ਨੂੰ, ਫਰੇਬ, ਔਰ ਖੁਦ ਵੀ ਫਰੇਬ ਖਾਂਦੇ ਹੋਏ ਵਿਗੜਦੇ ਹੀ ਜਾਂਦੇ ਨੇ। ਯਰਮੀਆ ਨਬੀ ਦਾ ਸਹੀਫਾ 23 ਬਾਬ 30 ਐਤ ਤੋਂ ਪੜ੍ਹ ਕੇ ਵੇਖ ਲਓ, 36 ਐਤ ਤੱਕ, ਕਿਉਂਕਿ ਯਰਮੀਆ 23 ਬਾਬ ਦੀ 28 ਐਤ ਤੋਂ ਪੜ੍ਹਨੇ ਆ 30 ਐਤ ਤੱਕ, ਤੇ ਲਿਖਿਆ, ਜਿਸ ਨਬੀ ਕੋ ख्वाब ਦੱਸੇ, ਜਿਹਦੇ ਕੋਲ ਮੇਰਾ ਕਲਾਮ ਹੈ, ਇਸ ਨੂੰ ਦਿਆਨਤਦਾਰੀ ਨਾ ਸੁਣਾਵੇ। ਅਗਰ ਇਹ 'ਚ ਬਦਦਿਆਨਤੀ ਕਰਦਾ ਏ ਤੇ ਉਹ ਘਾਟੇ 'ਚ। ਖੁਦਾ ਨੇ ਨਬੀ ਦੀ ਮਾਰਫਤ ਗੱਲ ਕੀਤੀ, ਕਹਿੰਦਾ, ਗਿਓ ਨੂੰ ਬੂਸੇ ਨਾਲ ਕੀ ਨਿਸਬਤ। ਉਹ ਬੰਦਿਆ, ਜਿਸ ਵੇਲੇ ਤੂੰ ਦਾਣੇ ਲਿਆਉਣਾ ਹੈ ਤੇ ਉਹਨਾਂ ਨੂੰ ਤੂੜੀ ਤੋਂ ਲਹਿਦਾ ਕਰਨਾ ਹੈ, ਫਿਰ ਉਹਨਾਂ ਨੂੰ ਘਰ ਲੈ ਆਉਣਾ, ਤੇ ਫਿਰ ਤੂੜੀ ਮਿਲਾ ਕੇ ਨਹੀਂ ਖਾਂਦਾ। ਲਿਖਿਆ, ਗਿਓ ਨੂੰ ਬੂਸੇ ਨਾਲ ਕੀ ਨਿਸਬਤ, ਦਾਣੇ ਲਹਿਦਾ ਕਰ ਲੈਣਾ, ਦਾਣੇ ਖਾਣਾ। ਤੇ ਜਿਹੜੀ ਜ਼ਿੰਦਗੀ ਦੀ ਰੋਟੀ ਹੈ, ਉਹਦੇ 'ਚ ਮਿਲਾਵਟਾਂ ਕਰਨਾ ਹੈ, ਉਹਦੇ 'ਚ ਮਿਲਾਵਟਾਂ ਕਰਨਾ ਹੈ। ਤੇ ਲੋਕਾਂ ਨੂੰ ਸਮਝ ਲਿਆ ਤੂੰ ਡੰਗਰ। ਹੁਸ਼ਿਆਰਾ ਆਪ ਹੋਣਾ ਬਈ, ਉਹ ਤੂੜੀ ਵੰਡਾ ਜਾਂ ਗਤਾਵਾ ਜਿਹਨੂੰ ਕਹਿ ਦਿੰਦੇ ਆ, ਆਟਾ ਪਾ ਦਿੰਦੇ ਆ ਤੂੜੀ ਦੇ ਉੱਤੇ ਤੇ ਡੰਗਰਾਂ ਅੱਗੇ ਪਾਉਂਦੇ ਆ, ਲੇਕਿਨ ਆਟਾ ਬੰਦੇ ਇਕੱਲੇ, ਜਿਹੜੇ ਬੰਦੇ ਨੇ ਉਹ ਆਟਾ ਇਕੱਲੇ ਖਾਂਦੇ ਨੇ। ਇਸ ਕਰਕੇ ਹੋਸ਼ ਕਰਨੀ ਹੈ ਕਿ ਅਸੀਂ ਡੰਗਰ ਨਹੀਂ ਗਏ ਜਿਨ੍ਹਾਂ ਦੇ ਅੱਗੇ ਤੂੜੀ ਦਾਣਾ ਮਿਲਾ ਕੇ ਰੱਖਿਆ ਏ। ਕਲਾਮ ਜ਼ਿੰਦਗੀ ਦੀ ਰੋਟੀ ਹੈ, ਕਲਾਮ ਜ਼ਿੰਦਗੀ ਦਾ ਪਾਣੀ ਹੈ। ਅਸੀਂ ਦੂਸਰੀ ਰੋਟੀ ਨੂੰ ਇੰਨਾ ਸਾਫ਼ ਸੁਥਰਾ ਕਰਕੇ ਖਾਂਦੇ ਹਾਂ। ਮਾਈਆਂ ਉਹਨਾਂ ਨੂੰ ਧੋਂਦੀਆਂ, ਮੰਜਿਆਂ 'ਤੇ ਪਾ ਕੇ ਸੁਕਾਉਂਦੀਆਂ ਕਣਕ ਨੂੰ, ਫਿਰ ਪਿਆਉਂਦੀਆਂ, ਫਿਰ ਜਾ ਕੇ ਗੁੰਨਣ ਲੱਗੀਆਂ ਵੀ ਛਾਨਣੀ ਨਾ ਛਾਣਦੀਆਂ, ਤੇ ਕੋਸ਼ਿਸ਼ ਕਰਦੀਆਂ ਕਿ ਇਹਨੂੰ ਕਿਤੇ ਮੱਖਣ ਲੱਗ ਜਾਵੇ ਨਾ, ਹੋਰ ਰੋਟੀ ਮਜ਼ੇਦਾਰ ਬਣ ਜਾਵੇ। ਤੇ ਜ਼ਿੰਦਗੀ ਦੀ ਰੋਟੀ ਵਿੱਚ ਮਿਲਾਵਟਾਂ ਕਰਨ ਵਾਲਿਆਂ ਦੀ ਅਸੀਂ ਪਛਾਣ ਹੀ ਨਹੀਂ ਕਰਦੇ। ਉਹ ਸਾਨੂੰ ਜਿਹੜੇ ਡੰਗਰ ਬਣਾਉਂਦੇ ਪਏ ਨੇ, ਮਿਲਾਵਟਾਂ ਕਰਕੇ ਤੂੜੀ ਦਾਣਾ ਮਿਲਾ ਕੇ ਸਾਡੇ ਅੱਗੇ ਰੱਖੀ ਜਾਣ ਡੇ, ਅਸੀਂ ਖਾਈ ਜਾਣ ਡੇ। ਤੇ 31 ਐਤ ਨੂੰ ਪੜ੍ਹ ਦੋ, ਖੁਦਾ ਕਹਿੰਦਾ, ਮੈਂ ਤੁਹਾਡਾ ਮੁਖਾਲਫ ਹਾਂ, ਤੁਸੀਂ ਮੇਰੀਆਂ ਗੱਲਾਂ ਚੁਰਾਉਂਦੇ ਹੋ, ਆਪਣੀਆਂ ਦੱਸਦੇ।
ਮੇਰੀਆਂ ਗੱਲਾਂ ਚਰਾਉਂਦੇ ਹੋ ਆਪਣੀਆਂ, ਦੱਸਦੇ ਇਸ ਕਰਕੇ ਮੈਂ ਤੁਹਾਡਾ ਮੁਖਾਲਫ। 31 32 33 34 34 ਚ ਕਹਿੰਦਾ ਤੁਹਾਡੇ ਘਰਾਣੇ ਨੂੰ ਹੀ ਸਜ਼ਾ ਦੇਣੀ ਹੈ। ਔਰ 36 ਚ ਲਿਖਿਆ ਮਿਲਦਾ ਹੈ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਈਆਂ ਨੇ, ਕਿਉਂਕਿ ਤੂੰ ਰੱਬ ਦੇ ਕਲਾਮ ਨੂੰ ਵਿਗਾੜਿਆ। ਤੇ ਰੱਬ ਦੇ ਕਲਾਮ ਨੂੰ ਵਿਗਾੜਨ ਵਾਲਾ ਕੋਈ ਵੀ ਕਿਉਂ ਨਾ ਹੋਵੇ। गलतियों पहला बाप 7 तो 9 तक पढ़ो। रसूल कहना मगर दूसरी नहीं, अलबत्ता आवाज ऐसे हैं जो तुम्हें घबरा देते हैं और मसीह की खुशखबरी को बिगाड़ना, मसीह ਦੀਆਂ ਗੱਲਾਂ ਨੂੰ ਵਿਗਾੜ ਕੇ ਪੇਸ਼ ਕਰਦੇ ਨੇ। ਖੁਦਾਵੰਦ ਯਿਸੂ ਮਸੀਹ ਨਿਜਾਤ ਦਿੰਦਾ ਜੀ, ਉਹਨੇ ਆਖਿਆ ਜਿਹੜਾ ਈਮਾਨ ਲਿਆਵੇ ਉਹ ਹੀ ਬਪਤਿਸਮਾ ਲਵੇ, ਨਿਜਾਤ ਉਹ ਨਹੀਂ ਪਾਉਣੀ। ਜਿਹੜਾ ਈਮਾਨ ਨਾ ਲਿਆਵੇ ਮੁਜਰਮ ਠਹਿਰਾਇਆ ਜਾਊ। ਅਸੀਂ ਚੁੱਕ ਉਹਨਾਂ ਨੂੰ ਬਪਤਿਸਮੇ ਦਿੰਦੇ ਹਾਂ, ਜਿਹੜਾ ਈਮਾਨ ਨਹੀਂ ਲਿਆਉਂਦਾ ਯਾਨੀ ਬੱਚਿਆਂ ਨੂੰ, ਤੇ ਮੁਜਰਮ ਬਣਾ ਦਿੰਦੇ ਹਾਂ। ਤੇ ਮਾਂ ਪਿਓ ਵੀ ਹੋਸ਼ ਨਹੀਂ ਕਰਦਾ। ਕਿਉਂ ਹੋਸ਼ ਨਹੀਂ ਕਰਦਾ? क्योंकि यसाया 48 बाप 4 ਇੱਥੇ ਲਿਖਿਆ, ਖੁਦਾ ਕਹਿੰਦਾ ਮੈਂ ਜਾਣਨਾ ਤੂੰ ਜ਼ਿੱਦੀ ਹੈ, ਤੇਰੀ ਗਰਦਨ ਦਾ ਪੱਠਾ ਲੋਹੇ ਦਾ, ਤੇਰੀ ਪਛਾਣੀ ਪਿੱਤਲ ਦੀ। ਜ਼ਿੱਦ 'ਚ ਕਲਾਮ ਸਾਡੇ ਕਦਮਾਂ ਲਈ ਚਿਰਾਗ, ਰਾਹ ਲਈ ਰੋਸ਼ਨੀ। ਘਰਾਂ 'ਚ ਸਾਡੇ ਕਲਾਮ ਦਾ ਯਕੀਨ ਹੀ ਨਹੀਂ ਕਰਦੇ। ਤੇ ਝੂਠੇ ਤੇ ਫਰੇਬੀ ਤੇ ਸ਼ਿਕਾਰੀ ਲੋਕਾਂ ਦਾ ਅਸੀਂ ਯਕੀਨ ਕਰਕੇ ਆਪਣੇ ਬੱਚਿਆਂ ਨੂੰ ਮੁਜਰਮ ਬਣਾਉਂਦੇ ਹਾਂ। ਕਿਉਂਕਿ ਅਬਰਾਨੀਓ 5 ਬਾਪ 13 'ਚ ਲਿਖਿਆ, ਦੁੱਧ ਪੀਂਦੇ ਨੂੰ ਰਾਸਤਬਾਜ਼ੀ ਦੇ ਕਲਾਮ ਦਾ ਕੋਈ ਤਜਰਬਾ ਨਹੀਂ, ਕਿਉਂਕਿ ਉਹ ਬੱਚਾ ਹੈ। ਇਸੇ ਕਰਕੇ ਯਸਾਇਆ 28 ਬਾਪ 8 ਤੋਂ ਪੜ੍ਹੀਏ ਤੇ ਲਿਖੇ, ਸਾਰੇ ਦਸਤਰਖਾਨ ਕਹਿ ਤੇ ਗੰਦਗੀ, ਅਸੀਂ ਕਹਿ ਤੇ ਗੰਦਗੀ ਖਾਈ ਜਾਂਦੇ ਹਾਂ। ਝੂਠੀਆਂ ਤਾਲੀਮਾਂ ਕਹਿ ਤੇ ਗੰਦਗੀ ਹੈ, ਕਲਾਮ ਜ਼ਿੰਦਗੀ ਦੀ ਰੋਟੀ ਹੈ। ਅਸੀਂ ਕਹਿ ਤੇ ਗੰਦਗੀ ਖਾਈ ਜਾਂਦੇ। ਲਿਖਿਆ ਖੁਦਾ ਉਹਨਾਂ ਨਾਲ ਗੱਲਾਂ ਕਰੇਗਾ ਜਿਨ੍ਹਾਂ ਦਾ ਦੁੱਧ ਛਡਾਇਆ ਗਿਆ, ਜਿਹੜੀ ਛਾਤੀਆਂ ਤੋਂ ਜੁਦਾ ਹੋਏ ਨਹੀਂ। ਤੇ ਫਿਰ ਲਿਖਿਆ ਹੁਕਮ ਤੇ ਹੁਕਮ, ਹੁਕਮ ਤੇ ਹੁਕਮ, ਕਾਨੂੰਨ ਤੇ ਕਾਨੂੰਨ, ਤੇ ਅਸੀਂ ਤੋੜ ਫੋੜ ਦਿੰਦੇ ਹਾਂ, ਅਸੀਂ ਨਹੀਂ ਮੰਨਦੇ। ਔਰ 13 'ਚ ਲਿਖਿਆ, ਖੁਦਾਵੰਦ ਦਾ ਕਲਾਮ ਬੰਦਿਓ ਹੁਕਮ ਤੇ ਹੁਕਮ, ਕਾਨੂੰਨ ਤੇ ਕਾਨੂੰਨ ਹੈ, ਜਿਸ ਨੂੰ ਤੁਸੀਂ ਰੱਦ ਕਰਦੇ ਹੋ, ਤਰਕ ਕਰਦੇ ਹੋ। ਖੁਦਾ ਤਰਕ ਕਰਨ ਵਾਲਿਆਂ ਨੂੰ, ਰੱਦ ਕਰਨ ਵਾਲਿਆਂ ਨੂੰ ਤਰਕ ਕਰੇਗਾ, ਰੱਦ ਕਰੇਗਾ। ਕਿਉਂਕਿ ਯਰਮੀਆਂ 12 ਬਾਪ 7 ਤੇ 8 'ਚ ਲਿਖਿਆ, ਮੈਂ ਆਪਣੇ ਲੋਕਾਂ ਨੂੰ ਤਰਕ ਕੀਤਾ, ਮੈਂ ਆਪਣੀ ਮਿਰਾਸ ਨੂੰ ਰੱਦ ਕੀਤਾ, ਮੈਂ ਆਪਣੇ ਦਿਲ ਦੀ ਮਹਿਬੂਬਾ ਨੂੰ ਇਹਨਾਂ ਦੇ ਦੁਸ਼ਮਣਾਂ ਦੇ ਹਵਾਲੇ ਕਰ ਦਿੱਤਾ। ਮੇਰੀ ਮਿਰਾਸ ਮੇਰੇ ਲਈ ਜੰਗਲੀ ਸ਼ੇਰ ਬਣ ਗਈ। ਇਹਨਾਂ ਮੇਰੇ ਖਿਲਾਫ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਇਸ ਲਈ ਮੈਨੂੰ ਇਹਨਾਂ ਤੋਂ ਨਫ਼ਰਤ ਹੋ ਗਈ। ਉਹ ਜਿਹਨਾਂ ਤੋਂ ਖੁਦਾ ਨਫ਼ਰਤ ਕਰਦਾ ਹੈ ਉਹਨਾਂ ਦੇ ਕੰਮਾਂ ਤੋਂ, ਕਿਉਂਕਿ ਤੀਤਸ ਦਾ ਖਤ ਪੜ੍ਹ ਚੁੱਕੇ ਹਾਂ। ਪਹਿਲਾ ਬਾਪ 14 'ਚ ਕਹਾਣੀਆਂ ਸੁਣਾਉਂਦੇ ਨੇ, ਅਸੀਂ ਇਹਨਾਂ ਦੀਆਂ ਕਹਾਣੀਆਂ ਨੂੰ ਮੰਨਨੇ, ਕਲਾਮ ਨੂੰ ਰੱਦ ਕਰਨੇ। ਦੂਸਰਾ ਤਿਮੋਥੀ 3 ਬਾਪ 13 'ਚ ਲਿਖਿਆ, ਬੁਰੇ ਤੇ ਧੋਖਾਬਾਜ਼ ਬੰਦੇ ਫਰੇਬ ਦਿੰਦੇ ਨੇ ਤੇ ਆਪ ਵੀ ਫਰੇਬ ਖਾਂਦੇ, ਫਿਰ ਵਿਗੜਦੇ ਹੀ ਜਾਂਦੇ ਨੇ। ਤੇ ਵਿਗੜੇ ਹੋਏ ਲੋਕ ਸਾਨੂੰ ਚੰਗੇ ਲੱਗਦੇ ਨੇ। ਹੋਸ਼ ਕਰੀਏ, ਹੋਸ਼ ਕਰੀਏ, ਕਿਉਂਕਿ ਰਸੂਲ ਪਛਾਣ ਕਰਵਾਉਂਦਾ ਹੈ ਤੇ ਕਹਿੰਦਾ ਹੈ, ਦੂਸਰਾ ਕਰੰਥੀਓ 11 ਬਾਪ 13 'ਚ, ਕਿਉਂਕਿ ਐਸੇ ਲੋਕ ਝੂਠੇ ਰਸੂਲ ਤੇ ਦਗਾਬਾਜ਼ੀ ਨਾਲ ਕੰਮ ਕਰਨ ਵਾਲੇ ਨੇ, ਆਪਣੇ ਆਪ ਨੂੰ ਮਸੀਹ ਦੇ ਰਸੂਲਾਂ ਦੇ ਹਮ ਸ਼ਕਲ ਤੇ ਬਣਾ ਲੈਂਦੇ ਨੇ। ਤੇ ਕੁਛ ਅਜਬ ਨਹੀਂ, ਸ਼ੈਤਾਨ ਵੀ ਆਪਣੇ ਆਪ ਨੂੰ ਨਰਾਨੀ ਫਰਿਸ਼ਤਾ ਦਾ ਹਮ ਸ਼ਕਲ ਬਣਾ ਲੈਂਦਾ ਏ। ਅਗਰ ਇਸ ਦੇ ਖਾਦਮ ਰਾਸਤਬਾਜ਼ੀ ਦੇ ਖਾਦਮਾਂ ਦੇ ਹਮ ਸ਼ਕਲ ਬਣ ਜਾਂਦੇ ਨੇ ਤੇ ਕੋਈ ਵੱਡੀ ਗੱਲ ਨਹੀਂ ਗੀ, ਪਰ ਇਹਨਾਂ ਦਾ ਅੰਜਾਮ ਇਹਨਾਂ ਦੇ ਕੰਮਾਂ ਦੇ ਮੁਆਫਕ ਹੋਵੇਗਾ। ਕਿ ਅਸੀਂ ਕੀ ਕਰਦੇ ਪਏ? ਅਸੀਂ ਤੇ ਕਲਾਮ ਦੀ ਮੁਖਾਲਫਤ ਕਰਦੇ ਪਏ। ਅਸੀਂ ਤੇ ਕਲਾਮ ਨੂੰ ਰੱਦ ਕਰਨੇ, ਤੇ ਜਿਹੜੇ ਕਲਾਮ ਨੂੰ ਰੱਦ ਕਰਦੇ, ਤਰਕ ਕਰਦੇ, ਸਾਨੂੰ ਹੋਸ਼ ਹੀ ਨਹੀਂ ਕਿ ਉਹਨਾਂ ਦੀ ਪਛਾਣ ਕਰੀਏ। ਖੁਦਾ ਦੀ ਕਲਾਮ ਦੇ 'ਚ ਯੋਹਨਾ ਦੇ 3 ਖਤ ਨੇ। ਦੂਸਰਾ ਖਤ ਪਹਿਲਾ ਬਾਪ, ਇੱਕੋ ਬਾਪ ਹੈ, 8 ਤੋਂ ਪੜ੍ਹੀਏ ਤੇ ਲਿਖਿਆ, ਆਪਣੀ ਬਾਬਤ ਖਬਰਦਾਰ ਰਹੋ, ਜਿਹੜੀ ਮਿਹਨਤ ਕਹਿੰਦਾ ਅਸੀਂ ਤੁਹਾਡੇ ਉੱਤੇ ਕੀਤੀ ਹੈ ਬੇਫਾਇਦਾ ਨਾ ਹੋਵੇ। ਤੇ ਜਿਹੜਾ ਕੋਈ ਅੱਗੇ ਵੱਧ ਜਾਂਦਾ ਹੈ ਤੇ ਮਸੀਹ ਦੀ ਤਲੀਮ ਉੱਤੇ ਕਾਇਮ ਨਿਗਾ ਰਹਿੰਦਾ, ਉਹਦੇ ਕੋਲ ਨਾ ਬਾਪ ਹੈ ਨਾ ਬੇਟਾ ਹੈ। ਤੇ ਅਗਰ ਕੋਈ ਆਵੇ ਤੇ ਮਸੀਹ ਦੀ ਤਲੀਮ
यानी कलाम की गल ना करे, अपनियां सुनावे अपनियां, ना उन्होंने घर च वाड़ियो, ना उन्होंने सलाम करियो, क्योंकि जिहड़ा कोई बंदा इहो ਜਿਹੇ बंदे ਨੂੰ घर च वाड़दा है, क्योंकि वो बुरा काम करता है तो ਉਹਦੇ बुरे ਕੰਮਾਂ 'ਚ ਸ਼ਰੀਕ ਹੁੰਦਾ ਹੈ। ਤੇ ਜਿਹੜਾ ਘਰ ਵਾੜਦਾ ਹੈ, ਤੀਤਸ ਪਹਿਲਾ ਬਾਪ 10 ਤੇ 11 'ਚ ਪੜ੍ਹ ਲਵੋ, ਲਿਖਿਆ ਬਹੁਤ ਸਾਰੇ ਲੋਕ ਸਰਕਸ਼ ਬਹੂਦਾ ਗੋ ਤੇ ਦਗਾਬਾਜ਼ ਨੇ। ਅਸੀਂ ਦਗਾਬਾਜ਼ਾਂ ਨੂੰ ਘਰ 'ਚ ਵਾੜਦੇ ਹਾਂ, ਖਾਸ ਕਰ ਮਖਤੂਨਾਂ ਦੇ ਵਿੱਚ ਇਹਨਾਂ ਦਾ ਤੇ ਮੂੰਹ ਬੰਦ ਕਰਨਾ ਚਾਹੀਏ। ਇਹ ਲੋਕ ਨਜਾਇਜ਼ ਨਫਾ ਦੀ ਖਾਤਰ ਨਿਸ਼ਾਇਸ਼ਤਾ ਗੱਲਾਂ ਸਿਖਾ ਕੇ ਬਾਹਰੋਂ ਹੀ ਗੱਲਾਂ ਕਰ ਕਰਕੇ ਕਲਾਮ ਤੋਂ ਘਰਾਂ ਦੇ ਘਰ ਤਬਾਹ ਕਰੀ ਆਉਂਦੇ ਨੇ। ਪਰ ਉਹ ਕਲਾਮ ਨੇ ਤੇ ਅਗਾਹ ਕਰ ਦਿੱਤਾ ਕਿ ਇਹਨਾਂ ਨੂੰ ਘਰ 'ਚ ਨਾ ਵੜਨ ਦਿਓ, ਉਹ ਇਹਨਾਂ ਨੂੰ ਸਲਾਮ ਨਾ ਕਰਿਓ, ਇਹ ਬੁਰਾ ਕੰਮ ਕਰਦੇ ਨੇ, ਇਹ ਕਲਾਮ ਦੀ ਮੁਖਾਲਫਤ ਕਰਦੇ ਨੇ। ਇਹ ਤੇ ਆਪਣੇ ਸੱਜਣ ਨਿਗੇ। ਯਰਮੀਆਂ 23 ਬਾਬ 30 ਤੋਂ ਪੜ੍ਹ ਲਓ, ਖੁਦਾ ਕਹਿੰਦਾ ਮੈਂ ਇਹਨਾਂ ਦਾ ਮੁਖਾਲਫ, ਮੈਂ ਇਹਨਾਂ ਦਾ ਮੁਖਾਲਫ। ਔਰ 34 'ਚ ਕਹਿੰਦਾ ਮੈਂ ਇਹਨਾਂ ਦੇ ਘਰਾਣੇ ਨੂੰ ਸਜ਼ਾ ਦੇਣੀ ਹੈ। ਨਾ ਸਿਰਫ ਇਹਨਾਂ ਦੇ ਘਰਾਣੇ ਨੇ ਸਜ਼ਾ ਪਾਉਣੀ, ਬਲਕਿ ਮਕਾਸ਼ਫਾ 22 ਬਾਬ 15 'ਚ ਲਿਖਿਆ ਝੂਠ ਦਾ ਘੜਨ ਵਾਲਾ ਤੇ ਪਸੰਦ ਕਰਨ ਵਾਲੇ ਵੀ ਦੋਨੇ ਬਾਹਰ ਰਹਿ ਜਾਣੇ ਨੇ। ਵੀ ਇਹ ਤੇ ਝੂਠ ਘੜਦੇ ਨੇ, ਅਸੀਂ ਇਹਨਾਂ ਦੇ ਝੂਠ ਨੂੰ ਪਸੰਦ ਨਹੀਂ ਕਰਦੇ, ਅਸੀਂ ਕਲਾਮ ਨੂੰ ਰੱਦ ਨਹੀਂ ਕਰਦੇ, ਤਰਕ ਨਹੀਂ ਕਰਦੇ। ਉਹ ਫੇਰ ਹੀ ਬੱਚਿਆਂ ਨੂੰ ਬਪਤਿਸਮਾਂ ਦਵਾਉਂਦੇ ਆ, ਕਲਾਮ ਨੂੰ ਰੱਦ ਕਰਕੇ ਤੇ ਤਰਕ ਕਰਕੇ। ਜ਼ਬੂਰ 138 ਉਹਦੀ 2 'ਚ ਲਿਖਿਆ ਖੁਦਾ ਨੇ ਆਪਣੇ ਕਲਾਮ ਨੂੰ ਹਰ ਨਾਂ ਤੋਂ ਜ਼ਿਆਦਾ ਅਜ਼ਮਤ ਬਖਸ਼ੀ ਹੈ। ਇਸੇ ਕਰਕੇ ਯਰਮੀਆਂ 2 ਬਾਬ 31 'ਚ ਕਿਹਾ ਗਿਆ ਹੈ ਇਸ ਪੁੱਛਦੇ ਲੋਗੋ ਖੁਦਾ ਦੇ ਕਲਾਮ ਦਾ ਲਿਹਾਜ਼ ਕਰਿਓ। ਅਗਰ ਅਸੀਂ ਕਲਾਮ ਦਾ ਲਿਹਾਜ਼ ਨਹੀਂ ਕਰਾਂਗੇ, ਖੁਦਾ ਸਾਡਾ ਲਿਹਾਜ਼ ਕਦੀ ਵੀ ਨਹੀਂ ਕਰੇਗਾ, ਕਦੀ ਵੀ ਨਹੀਂ ਕਰੇਗਾ ਲਿਹਾਜ਼। ਬਲਕਿ ਜ਼ਬੂਰ 50 22 ਐਤ ਨੂੰ ਪੜ੍ਹ ਕੇ ਵੇਖ ਲਓ, ਜ਼ਬੂਰ 50 ਤੇ 22 ਐਤ ਪੜ੍ਹ ਕੇ ਵੇਖ ਲਓ, ਲਿਖਿਆ ਮਿਲਦਾ ਖੁਦਾ ਨੂੰ ਭੁੱਲਣ ਵਾਲਿਓ ਸੋਚ ਲਓ। ਖੁਦਾ ਫਿਰ ਮੌਕਾ ਦਿੰਦਾ ਹੈ ਤੇ ਕਹਿੰਦਾ ਹੈ ਸੋਚ ਲਓ, ਇਸ ਤਰ੍ਹਾਂ ਨਾ ਹੋਵੇ ਕਿ ਮੈਂ ਤੈਨੂੰ ਫਾੜ ਡਾਲਾਂ ਤੇ ਕੋਈ ਛਡਾਉਣ ਵਾਲਾ ਹੀ ਨਾ ਹੋਵੇ। ਇਹ ਝੂਠੇ ਅੰਬੋ ਗਰੋਹ ਡਿਨੋਮੀਨੇਸ਼ਨਾਂ ਟੋਲੇ, ਝੂਠੇ ਨਬੀ, ਝੂਠੇ ਰਸੂਲ, ਦਗਾਬਾਜ਼ੀ ਨਾਲ ਕੰਮ ਕਰਨ ਵਾਲੇ ਖੁਦਾ ਦੇ ਹੱਥ 'ਚੋਂ ਸਾਨੂੰ ਬਚਾ ਲੈਣਗੇ? ਨਹੀਂ, ਇਹ ਸਾਨੂੰ ਅੱਗੇ ਤੋਰਨਗੇ, ਕਿਉਂਕਿ ਮਤੀ 23 ਬਾਬ 15 'ਚ ਲਿਖਿਆ ਹੈ ਫਕੀਓ ਫਰੀਸੀਓ ਤੁਹਾਡੇ ਉੱਤੇ ਅਫਸੋਸ ਕਿ ਇੱਕ ਮਰੀਦ ਕਰਨ ਦੀ ਖਾਤਰ ਤੁਸੀਂ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਹੋ, ਤੇ ਜਿਸ ਵੇਲੇ ਉਹ ਤੁਹਾਡਾ ਮਰੀਦ ਹੋ ਜਾਂਦਾ ਹੈ, ਫਿਰ ਅਗਲਾ ਕੰਮ ਤੁਸੀਂ ਇਹ ਕਰਦੇ ਹੋ ਕਿ ਆਪਣੇ ਤੋਂ ਦੁੱਗਣਾ। ਇਹਨਾਂ ਸਾਨੂੰ ਬਚਾਉਣਾ ਕੋਈ ਨਹੀਂ, ਲਿਖਿਆ ਤੁਹਾਨੂੰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਂਦੇ ਨੇ। ਤੇ ਆਓ ਅੱਜ ਮੌਕਾ ਹੈ, ਅੱਜ ਮੌਕਾ ਹੈ ਕਿ ਇਹ ਖੁਦਾਵੰਦ ਤੇਰੇ ਕਲਾਮ ਨੇ ਮੇਰੇ ਬੰਦ ਜ਼ੇਨ ਨੂੰ ਖੋਲ ਦਿੱਤਾ। ਮੈਂ ਤੇਰੇ ਕਲਾਮ ਦੀਆਂ ਹੱਕ ਸੱਚ ਦੀਆਂ ਗੱਲਾਂ ਸੁਣ ਲਈਆਂ ਨੇ, ਕਿਉਂਕਿ ਯਹੋਨਾ 8 ਬਾਬ 32 'ਚ ਲਿਖਿਆ ਮਿਲਦਾ ਏ ਜਿਹੜਾ ਸੱਚ ਤੋਂ ਵਾਕਬ ਹੋ ਗਿਆ, ਸੱਚ ਨੇ ਉਸ ਨੂੰ ਆਜ਼ਾਦ ਕਰ ਦੇਣਾ ਏ। ਤੇ ਆਓ ਕਲਾਮ ਸੱਚ ਤੇ ਬਾਤਲ ਤੇ ਬਹੂਦਾ ਰੋਇਆ ਵੇਖਣ ਵਾਲੇ ਜਿਹੜੇ ਸਾਡੇ ਬਾਰੇ ਨੇ, रोमियो 16 बाप 17 है लिखा मिलता है, मगर दूसरी नहीं, 2 नंबरी लोगों को आप बचना है। क्योंकि गलतियों पहला बाप 7 है तो 9 है तक पढ़ के वेख लो, और रसूल कहता है 2 नंबरी करने वाले खुदा दे मसीह दे कलाम नूं बगाड़न वाले। उन्हें आख्या चाहे असी होइए चाहे आसमान दा फरिश्ता भी होवे, पर इस तो बाहर जिहड़ा गल करेगा वह मलाऊ ने। 9 फिर उन्हें आख्या जिस तरह गल मैं पहले कर चुकिया दोबारा फिर यही गल करना, इस तो बाहर कोई भी गल करेगा वो मलाऊ ने। इस करके पछाणीए कि साडे घरां दे विच कौन तुरे फिरदे ने, कौन आउंदे ने कलाम तो बाहर ही गल करन वाले। ते फिर तीतस पहला बाप 10 ते 11 तुम पढ़ो, लिखिਆ ਇਹਨਾਂ ਦਾ ਤੇ ਕਰੋ ਮੂੰਹ ਬੰਦ। ਕਿਸ ਤਰ੍ਹਾਂ ਬਈ? ਇਹਨਾਂ ਨਾਲ ਕਲਾਮ ਦੀਆਂ ਹੱਕ ਸੱਚ ਦੀਆਂ ਸੱਚੀਆਂ ਤੇ ਖਰੀਆਂ ਗੱਲਾਂ ਕੱਢ ਕੇ ਅੱਗੇ ਰੱਖੋ, ਮੁਕਾਬਲਾ ਕਰੋ,
ਕਿਉਂਕਿ ਖੁਦਾ ਦੇ ਕਲਾਮ ਦੇ 'ਚ ਪਹਿਲਾ ਕਰੰਥੀ 2 ਬਾਬ 13 'ਚ ਲਿਖਿਆ ਮਿਲਦਾ ਹੈ ਕਿ ਮੁਕਾਬਲਾ ਕੀਤਾ ਜਾਂਦਾ ਹੈ। ਮੁਕਾਬਲਾ ਕੀਤਾ ਜਾਂਦਾ, ਇਹਨਾਂ ਦਾ ਮੁਕਾਬਲਾ ਕਰੋ। ਕਲਾਮ ਦੇ ਹਵਾਲੇ ਜਾਤ ਕੱਢ ਕੇ ਕਿ ਕਲਾਮ ਸੱਚਾ ਕਿ ਤੂੰ ਸੱਚਾ ਹੈ। ਜ਼ਬੂਰ ਨਵੀਸ ਕਹਿੰਦਾ ਹੈ ਖੁਦਾ ਦੇ ਨਾਂ ਦੀ ਇਹ ਜ਼ਬਾਨ, ਆਪਣੀ ਜ਼ਬਾਨ ਨੂੰ ਖੁਦਾ ਦੀ ਜਲਾਲ ਲਈ ਇਸਤੇਮਾਲ ਕਰੀਏ। ਅਮਸਾਲ 23 ਬਾਬ 16 'ਚ ਲਿਖਿਆ ਮਿਲਦਾ ਹੈ ਜਿਸ ਲਈ ਤੇਰੇ ਮੂੰਹ ਚੋਂ ਤੇ ਸੱਚੀਆਂ ਗੱਲਾਂ ਕਲਾਮ ਦੀਆਂ। ਜ਼ਬੂਰ 119 ਉਹਦੀ 160 'ਚ ਲਿਖਿਆ ਹੈ ਤੇਰੇ ਕਲਾਮ ਦਾ ਖੁਲਾਸਾ ਸਚਾਈ। ਲਿਖਿਆ ਜਿਸ ਲਈ ਤੇਰੇ ਮੂੰਹ ਚੋਂ ਸੱਚੀਆਂ ਗੱਲਾਂ ਯਾਨੀ ਕਲਾਮ ਦੀਆਂ ਨਿਕਲਣਗੀਆਂ। ਰੱਬ ਕਹਿੰਦਾ ਮੇਰਾ ਦਿਲ ਸ਼ਾਦਮਾਨ ਹੋ ਜਾਏਗਾ, ਦੁਨੀਆ ਸਾਰੀ ਦੁਸ਼ਮਣ ਹੋ ਜਾਏਗੀ। ਗਲਤੀਓ ਪਹਿਲਾ ਬਾਬ 13 ਤੇ 14 ਐਤ ਨੂੰ ਪੜ੍ਹੋ। ਪੌਲੁਸ ਰਸੂਲ ਦਾ ਬੜਾ ਟੌਰ ਯਹੂਦੀ ਤਰੀਕ ਵਿੱਚ ਕਹਿੰਦਾ ਜਦੋਂ ਮੈਂ ਸਰਗਰਮ ਸੀ, ਆਪਣੀ ਹਮ ਉਮਰਾਂ ਤੋਂ ਅੱਗੇ ਵੱਧਦਾ ਜਾਂਦਾ ਸੀ, ਮੇਰਾ ਟੌਰ ਟੱਪਾ ਹੀ ਬੜਾ ਸੀ, ਕਿਉਂਕਿ ਮੈਂ ਉਦੋਂ ਰਵਾਇਤਾਂ ਨੂੰ ਮੰਨਦਾ ਸੀ, ਖੁਦਾ ਦੇ ਕਲਾਮ ਨੂੰ ਰੱਦ ਤੇ ਤਰਕ ਕਰਦਾ ਸੀ। ਗਲਤੀਓ 4 ਬਾਬ 16 'ਚ ਕਹਿੰਦਾ ਹੁਣ ਮੈਂ ਸੱਚ ਬੋਲਣਾ ਹੈ। ਇਹ ਸਾਰੇ ਦੁਸ਼ਮਣ ਬਣ ਗਏ ਨੇ। ਔਰ ਲੋਕਾਂ ਦੀ ਦੁਸ਼ਮਣੀ ਵੱਲ ਨਾ ਦੇਖੀਏ, ਬਲਕਿ ਹੱਕ ਸੱਚ ਦੀ ਗੱਲ ਯਾਨੀ ਕਲਾਮ ਦੀ ਗੱਲ ਕਰ ਚਾਹੀਏ। ਮਰ ਜਾਣਾ ਹੈ। ਜ਼ਬੂਰ 119 ਉਹਦੀ 43 'ਚ ਲਿਖਿਆ ਹੱਕ ਗੱਲ ਨੂੰ ਮੇਰੇ ਮੂੰਹ ਤੋਂ ਜੁਦਾ ਨਾ ਹੋਣ ਦੇ, ਮੇਰਾ ਤਮਾਦ ਤੇਰੇ ਕਲਾਮ ਦੇ ਉੱਤੇ ਆ। ਅਗਰ ਖੁਦਾ ਦੇ ਕਲਾਮ ਉੱਤੇ ਤਮਾਦ ਹੈ ਤੇ ਫਿਰ ਇਹਦੇ ਲਈ ਖੜੇ ਹੋਈਏ, ਇਹਦੀ ਗੱਲ ਕਰੀਏ, ਝੂਠਿਆਂ ਨੂੰ ਝੂਠਾ ਕਹੀਏ, ਕਲਾਮ ਨੂੰ ਸੱਚ ਕਹੀਏ ਤੇ ਆਪਣੇ ਮੂੰਹ 'ਚੋਂ ਸੱਚ ਕਹੀਏ, ਦਲੇਰੀ ਨਾਲ ਕਹੀਏ, ਚੰਗੇ ਰਾਂਗੇ। ਕਿਉਂਕਿ ਲਿਖਿਆ ਇੱਕ ਪੀੜ੍ਹੀ ਜਿਹੜੀ ਰੱਬ ਦੀ ਇਬਾਦਤ ਕਰੇਗੀ, ਉਸੇ ਪੀੜ੍ਹੀ ਨੇ ਆਉਣ ਵਾਲੀ ਪੀੜ੍ਹੀ ਨੂੰ ਰੱਬ ਦੀ ਖਬਰ ਪਹੁੰਚਾਉਣੀ ਹੈ। ਇਸ ਕਰਕੇ ਆਪ ਹੱਕ ਸੱਚ ਤੇ ਖੜੇ ਹੋਵਾਂਗੇ, ਨਸਲਾਂ ਨੂੰ ਬਚਾ ਲਾਂਗੇ, ਆਪਣੇ ਸਿਰਾਂ ਝੁਕਾਵਾਂਗੇ। ਮੈਂ ਤੇਰੇ ਲਈ ਦੁਆ ਕਰਾਂਗਾ। ਖੁਦਾਮ ਤੇਰਾ ਖਾਦਮ ਹੁੰਦੇ ਜਿਹੜਾ ਕਲਾਮ ਤੋਂ ਮੈਨੂੰ ਦਿੱਤਾ, ਮੈਂ ਪੂਰੀ ਦਿਆਨਦਾਰੀ ਨਾਲ ਤੇਰੇ ਲੋਕਾਂ ਤੱਕ ਪਹੁੰਚਾਏ, ਸੇਵਾਨ ਨਾਲ ਪਹੁੰਚਾਇਆ ਕਿ ਤੇਰਾ ਕਲਾਮ ਬੰਦ ਜ਼ਿਹਨਾਂ ਨੂੰ ਖੋਲ੍ਹਦਾ। ਜਦੋਂ ਜ਼ਿਹਨ ਖੋਲ੍ਹਦੇ ਨੇ ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਦੇ ਨੇ, ਜਿਹੜੇ ਸਮਝਦੇ ਨੇ ਦੂਸਰਿਆਂ ਨੂੰ ਦੱਸਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਇੰਜੀਲੀ ਮਨਾਦ ਬਣਦੇ ਨੇ, ਹੱਕ ਦੀ ਬੋਲੀ ਬੋਲਦੇ ਨੇ। ਬਿਮਾਰ ਲੋਕ ਚੰਗਿਆਈ ਪਾਉਣ, ਬਦਰੂ ਗਿਰਫਤਾ ਲੋਕ ਆਜ਼ਾਦੀ ਪਾਉਣ ਤੇ ਬਦਰੂਆਂ ਤੋਂ ਵਿਗੜੀਆਂ ਝੂਠੀਆਂ ਤਨਜ਼ੀਮਾਂ ਬਦਰੂਆਂ ਤੋਂ ਵਿਗੜੀਆਂ ਆਈਆਂ। ਯਸੂ ਨਾਂ ਇਹਨਾਂ ਦੇ ਹੱਥੋਂ ਭੇਡਾਂ ਆਜ਼ਾਦ ਹੋਣ ਤੇ ਭੇਡਾਂ ਹੱਕ ਦੀ ਬੋਲੀ ਬੋਲਣ, ਅੰਜੀਲ ਸੁਣਾਉਣ, ਅੰਜੀਲੀ ਮਨਾਦ ਬਣਨ। ਇਹ ਸਭ ਕੁਝ ਮੰਗਣਾ ਯਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਸੋ ਭਲਿਓ ਕਲਾਮ ਬੀਜ ਮੀਡੀਆ ਦਾ ਦੌਰ ਹੈ। ਯੂੰ ਇੱਕ ਬੰਦਾ ਕਲਾਮ ਨੂੰ ਸ਼ੇਅਰ ਕਰਦਾ ਹੈ, ਕਲਾਮ ਦੇ ਬੀਜ ਦਾ ਛੱਟਾ ਪੂਰੀ ਦੁਨੀਆ 'ਚ ਦੇ ਦਿੰਦਾ ਹੈ। YouTube ਤੇ ਮੇਰੇ ਚੈਨਲ ਦਾ ਨਾਂ ਹੈ ਰੱਬ ਦੀਆਂ ਗੱਲਾਂ। ਲਾਈਕ ਕਰਿਓ, ਬੈਲ ਦਾ ਬਟਨ ਦਬਾਇਓ। ਕੋਸ਼ਿਸ਼ ਕਰਿਓ ਇਸ ਚੈਨਲ ਨੂੰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸਾਂਝਾ ਕਰਿਓ। ਖੁਦਾ ਤੈਨੂੰ ਬਰਕਤ ਹੈ।